ਇਹ ਤਬਾਹੀ ਦਾ ਮੰਜ਼ਰ ਹੈ ਤੇ ਇਹ ਤਰੱਕੀ ਦਾ ਮੰਜ਼ਰ ਹੈ। ਆਉਣ ਵਾਲੀਆਂ ਨਸਲਾਂ ਵਾਸਤੇ ਇਬਰਤ ਦਾ ਨਿਸ਼ਾਨ। ਇਹ ਜੇ ਹੀਰੋਸ਼ੀਮਾ, ਅੱਜ ਦਾ ਹੀਰੋਸ਼ੀਮਾ। ਇਹ ਸਭ ਤੋਂ ਖਾਮੋਸ਼ ਟੂਰਿਸਟ ਪਲੇਸ ਹੈ ਜਾਪਾਨ ਦੀ। ਇੱਥੇ ਦੁਨੀਆ ਦਾ ਪਹਿਲਾ ਐਟਮ ਬੰਬ ਡਿੱਗਾ ਸੀ। ਮੇਰੀ ਦੁਆ ਹੈ ਕਿ ਦੁਨੀਆ ਦਾ ਆਖਰੀ ਐਟਮ ਬੰਬ ਹੋਵੇ। ਦੋਸਤੋ ਯਕੀਨ ਨਹੀਂ ਆਉਂਦਾ ਕਿ ਇਹ ਉਹ ਹੀ ਸ਼ਹਿਰ ਹੈ ਜਿਹੜਾ ਮੁਕੰਮਲ ਤਬਾਹ ਹੋ ਚੁੱਕਿਆ ਸੀ। ਇਹ ਐਟਮੀ ਬੰਬ ਡਿੱਗਦਾ ਹੋਇਆ ਦਿਖਾ ਰਹੇ ਨੇ। ਬੰਬ ਧਮਾਕੇ ਤੋਂ ਬਾਅਦ ਮਰਨ ਵਾਲੇ ਬੱਚੇ, ਉਹਨਾਂ ਦੇ ਬਸਤੇ, ਟਿਫਨ ਵਗੈਰਾ। ਇਸ ਦੀਵਾਰ ਦੇ ਉੱਤੇ ਮਰਨ ਤੋਂ ਬਾਅਦ ਸਿਰਫ ਇੱਕ ਬੰਦੇ ਦਾ ਸਾਇਆ ਬਚਿਆ ਸੀ। ਇਹ ਇੱਕ ਮਾਸੂਮ ਬੱਚੇ ਦੀ ਛੋਟੀ ਜਿਹੀ ਸਾਈਕਲ। अस्सलाम वालेकुम दोस्तों, ਅੱਜ ਮੈਂ ਤੁਹਾਨੂੰ ਜਾਪਾਨ ਦੇ ਇੱਕ ਸ਼ਹਿਰ ਹੀਰੋਸ਼ੀਮਾ 'ਚ ਲੈ ਕੇ ਆਇਆ ਹਾਂ। ਇਹ ਮੇਰੇ ਪਿੱਛੇ ਤੁਸੀਂ ਬਿਲਡਿੰਗ ਵੇਖ ਰਹੇ ਹੋ, ਪਹਿਲੇ ਵੀ ਤੁਸੀਂ ਇੰਟਰਨੈਟ ਤੇ ਵੇਖੀ ਹੋਣੀ ਹੈ। ਇੱਥੇ ਦੁਨੀਆ ਦਾ ਪਹਿਲਾ ਐਟਮ ਬੰਬ ਡਿੱਗਾ ਸੀ ਔਰ ਮੇਰੀ ਦੁਆ ਹੈ, ਦਿਲ ਤੋਂ ਦੁਆ ਹੈ ਕਿ ਅੱਲਾ ਕਰੇ ਕਿ ਦੁਨੀਆ ਦਾ ਆਖਰੀ ਐਟਮ ਬੰਬ ਹੋਵੇ ਜਿਹੜਾ ਇੱਥੇ ਡਿੱਗਾ। ਇਸ ਜਗ੍ਹਾ ਤੇ ਆ ਕੇ ਇੱਕ ਅਜੀਬ ਜਿਹੀ ਕੈਫੀਅਤ ਹੋ ਜਾਂਦੀ ਹੈ, ਬੰਦੇ ਦੀ ਇੱਕ ਖਾਮੋਸ਼ੀ ਹੁੰਦੀ ਹੈ। ਇਸ ਵਕਤ ਮੇਰੀ ਆਵਾਜ਼ ਤੋਂ ਇਲਾਵਾ ਮੈਨੂੰ ਦੂਸਰੇ ਲੋਕਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ। 1945 ਦੇ ਵਿੱਚ ਨਾ 6 ਅਗਸਤ 1945 ਦੇ ਵਿੱਚ ਜਦੋਂ ਇੱਥੇ ਬੰਬ ਡਿੱਗਾ ਸੀ ਤੇ ਸਾਰਾ ਸ਼ਹਿਰ ਨੋਰਮਲ ਕੋਈ ਲੋਕ ਆਪਣੇ ਕੰਮਾਂ ਤੇ ਗਏ ਸਨ, ਬੱਚੇ ਸਕੂਲ ਗਏ ਸਨ, ਮਾਵਾਂ ਘਰ ਦੇ ਵਿੱਚ ਕੰਮ ਕਰ ਰਹੀਆਂ ਸਨ, ਉਹਨਾਂ ਨੂੰ ਕੁਝ ਨਹੀਂ ਸੀ ਪਤਾ। ਤੇ ਸਵੇਰ ਤਕਰੀਬਨ 8:15 ਤੇ ਇੱਥੇ ਇੱਕ ਬੰਬ ਡਿੱਗਾ ਸੀ ਜਿਹਦੀ ਵਜ੍ਹਾ ਤੋਂ ਪੂਰਾ ਸ਼ਹਿਰ ਚੰਦ ਸੈਕਿੰਡਸ ਦੇ ਵਿੱਚ ਭਾਪ ਬਣ ਕੇ ਉੱਡ ਗਿਆ ਸੀ। ਹੈਰਤ ਅੰਗੇਜ਼ ਤਰੀਕੇ ਨਾਲ ਇਹ ਇੱਕ ਬਿਲਡਿੰਗ ਹੀ ਬਚੀ ਸੀ। ਇਹ ਕੋਈ ਇੰਡਸਟਰੀਅਲ ਹਾਲ ਸੀ ਇੱਥੇ ਨਾ, ਤੇ ਇਹ ਬੰਜਰ ਇੱਕ ਬਿਲਡਿੰਗ ਨਾਲ ਇਹਦਾ ਢਾਂਚਾ ਬਚਿਆ ਸੀ, ਬਾਕੀ ਹਰ ਚੀਜ਼ ਇਰਦ ਗਿਰਦ ਨਾਲ ਤਬਾਹ ਹੋ ਗਈ ਸੀ। ਉਸ ਤੋਂ ਬਾਅਦ ਚੰਦ ਹੀ ਸਾਲਾਂ ਦੇ ਵਿੱਚ ਜਾਪਾਨ ਨੇ ਇਹਨੂੰ ਦੁਬਾਰਾ ਰੀਡਿਜ਼ਾਈਨ ਤੇ ਕੀਤਾ, ਯਾਨੀ ਕਿ ਇਸ ਪੂਰੇ ਸ਼ਹਿਰ ਨੂੰ ਦੁਬਾਰਾ ਬਿਲਡ ਕੀਤਾ, ਜਿਹੜਾ ਆਪਣੇ ਆਪ 'ਚ ਇੱਕ ਮੇਰੇ ਖਿਆਲ 'ਚ ਕਿਸੇ ਮੋਜਜ਼ੇ ਤੋਂ ਘੱਟ ਨਹੀਂ ਹੈ। ਲੇਕਿਨ ਉਹਨਾਂ ਨੇ ਇਹ ਇੱਕ ਬਿਲਡਿੰਗ ਇਸੇ ਤਰ੍ਹਾਂ ਹੀ ਛੱਡ ਦਿੱਤੀ ਹੈ। ਇਹ ਬਿਲਡਿੰਗ ਜਿਹੜੀ ਹੈ ਇਹ ਅਮਨ ਦਾ ਪੈਗਾਮ ਦਿੰਦੀ ਹੈ, ਕਿ ਦੱਸਦੀ ਹੈ ਕਿ ਇਨਸਾਨ ਜਿਹੜਾ ਕਿ ਕਿਸ ਕਦਰ ਖਤਰਨਾਕ ਹੋ ਸਕਦਾ ਹੈ ਔਰ ਕਿਸ ਤਰ੍ਹਾਂ ਕਦਰ ਤਬਾਹੀ ਮਚਾ ਸਕਦਾ ਹੈ ਦੂਸਰੇ ਇਨਸਾਨਾਂ ਵਾਸਤੇ। ਇਸ ਵਜ੍ਹਾ ਤੋਂ ਇਹ ਬਿਲਡਿੰਗ ਇੱਕ ਇਬਰਤ ਦੇ ਨਿਸ਼ਾਨ ਦੇ ਤੌਰ ਤੇ ਵੀ ਬਣਾਈ ਗਈ ਹੈ। ਔਰ ਇਸ ਜਗ੍ਹਾ ਦੇ ਉੱਤੇ ਮੈਂ ਵੇਖਣਾ ਵਾਂ ਕਿ ਬਹੁਤ ਜ਼ਿਆਦਾ ਗੋਰੇ ਆ ਕੇ ਬਾਕਾਇਦਾ ਰੋਂਦੇ ਨੇ, ਦੁਆਵਾਂ ਮੰਗਦੇ ਨੇ, ਗਿੜਗਿੜਾ ਕੇ ਰੋਂਦੇ ਨੇ। ਮਤਲਬ ਹੈ ਕਿ ਉਹਨਾਂ ਦੇ ਦਿਲ ਨੂੰ ਦੁੱਖ ਹੁੰਦਾ ਹੈ, ਤਕਲੀਫ ਹੁੰਦੀ ਹੈ। ਇਹ ਵਲੌਗ ਥੋੜ੍ਹਾ ਜਿਹਾ ਸੀਰੀਅਸ ਹੋਏਗਾ, ਹੱਸੀ ਮਜ਼ਾਕ ਨਹੀਂ ਹੋਏਗਾ, ਕਿਉਂਕਿ ਰਿਸਪੈਕਟ ਬਹੁਤ ਜ਼ਰੂਰੀ ਹੈ। ਜਾਪਾਨ ਦੇ ਵਿੱਚ ਗੋਰੇ ਅਗਰ ਕਿਸੇ ਜਗ੍ਹਾ ਤੇ ਬਹੁਤ ਜ਼ਿਆਦਾ ਆਉਂਦੇ ਨੇ, ਮਸਟ ਆਉਂਦੇ ਨੇ, ਉਹ ਹੈ ਇੱਕ ਜਗ੍ਹਾ ਹੀਰੋਸ਼ੀਮਾ। ਬਹੁਤ ਖੂਬਸੂਰਤ ਹੈ। ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਜਿੰਨੀ ਜ਼ਿਆਦਾ ਮਾਲੂਮਾਤ ਹੋ ਸਕਦੀ ਇਸ ਸ਼ਹਿਰ ਦੇ ਬਾਰੇ ਦਿਆਂਗਾ। ਬਹੁਤ ਜ਼ਿਆਦਾ ਰਿਕੁਐਸਟ ਮੈਨੂੰ ਆਈਆਂ ਸਨ ਕਿ ਹੀਰੋਸ਼ੀਮਾ ਕਦੋਂ ਜਾ ਰਹੇ ਹੋ, ਉੱਥੇ ਜਾਓ, ਉਹ ਜਗ੍ਹਾ ਵਿਖਾਓ, ਠੀਕ ਹੈ। ਦੂਸਰਾ ਸ਼ਹਿਰ ਹੈ ਨਾਗਾਸਾਕੀ, ਉਹ ਇੱਥੋਂ ਵੀ ਕਿੰਨੇ 100 ਕਿਲੋਮੀਟਰ ਦੂਰ ਹੈ, ਉੱਥੇ ਵੀ ਮੈਂ ਜਾਵਾਂਗਾ ਇਨਸ਼ਾਅੱਲਾ। ਫਿਲਹਾਲ ਇਹਦੇ ਨਾਲ ਇੱਕ ਮੈਮੋਰੀਅਲ ਪਾਰਕ ਅਸੀਂ ਉੱਥੇ ਜਾਂਦੇ ਹਾਂ। ਉੱਥੇ ਜਾ ਕੇ ਜੋ ਜੰਗ ਦੇ ਦੌਰਾਨ ਹਾਦਸਾਤ ਹੋਏ ਸਨ, ਕੁਝ ਬਾਕੀਆਤ ਸਨ, ਜਿਸ ਤਰ੍ਹਾਂ ਕਿ ਲੋਕਾਂ ਦੇ ਕੱਪੜੇ, ਲੋਕਾਂ ਦੇ ਨਾਲ ਕਿਸ ਤਰ੍ਹਾਂ ਹੋਇਆ ਸੀ ਜਦੋਂ ਐਟਮ ਬੰਬ ਡਿੱਗਦਾ ਹੈ ਤੇ ਲੋਕ ਕਿਸ ਤਰ੍ਹਾਂ ਝੁਲਸ ਗਏ ਸਨ, ਬਿਲਡਿੰਗਸ ਕਿਸ ਤਰ੍ਹਾਂ ਤਬਾਹ ਹੋਈਆਂ ਸਨ, ਉਹਦੇ ਬਾਰੇ 'ਚ ਇਹਨਾਂ ਨੇ ਕੁਝ ਡਾਕੂਮੈਂਟਰੀਜ਼ ਬਣਾਈਆਂ ਹੋਈਆਂ ਨੇ। ਉਹਦੇ ਬਾਰੇ 'ਚ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਏਗੀ। ਅੱਛਾ, ਮੇਰਾ ਪਲਾਨ ਸੀ ਕਿ ਮੈਂ ਇਕੱਲੇ ਆਵਾਂਗਾ, ਲੇਕਿਨ ਇੱਕ ਨਾ ਉਸਮਾਨ ਜਿਹੜਾ ਕਿ ਮੈਨੂੰ ਕੱਲ੍ਹ ਮਸਜਿਦ 'ਚ ਮਿਲਿਆ, ਮੈਨੂੰ ਦੱਸਿਆ ਕਿ ਮੈਂ ਯਾਰ ਹੀਰੋਸ਼ੀਮਾ ਚੱਲਾਂ। ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਸ਼ਹਿਜ਼ਾਦੇ ਨੇ ਹੀਰੋਸ਼ੀਮਾ ਹੁਣ ਮੂਵ ਹੋਣਾ। ਤੇ ਉਸ ਤੋਂ ਬਾਅਦ ਪਤਾ ਚੱਲਿਆ ਕਿ ਉਸਮਾਨ ਭਾਈ ਦੇ ਕਜ਼ਨ ਵੀ ਜਿਹੜੇ ਨੇ ਉਹ ਵੀ ਆ ਰਹੇ ਨੇ ਓਸਾਕਾ, ਠੀਕ ਹੈ। ਤੇ ਇਹਨਾਂ ਨੇ ਓਸਾਕਾ ਰੁਕਣਾ ਸੀ, ਲੇਕਿਨ ਇਹਨਾਂ ਨੇ ਵੇਖਿਆ ਕਿ ਉਸਮਾਨ ਤੇ ਸ਼ੁਏਬ ਜਾ ਰਹੇ ਨੇ ਹੀਰੋਸ਼ੀਮਾ, ਤੇ ਅਸੀਂ ਵੀ ਨਾਲ ਚੱਲਦੇ ਹਾਂ। ਨਾਲ ਇਹਨਾਂ ਦੇ ਦੋ ਦੋਸਤ ਵੀ ਸਨ, ਨਿਸ਼ਾਨ ਭਾਈ ਤੇ ਅਬਦੁੱਲਾ ਭਾਈ, ਠੀਕ ਹੈ। ਇਹ ਵੀ ਸਾਡੇ ਨਾਲ ਸਨ। ਅਸੀਂ ਯਾਨੀ ਕਿ 5 ਬੰਦੇ ਜਿਹੜਾ ਨਾ ਕਿ ਬੜਾ ਰਾਤੋਂ ਰਾਤ ਹੀ ਯਾਨੀ ਕਿ ਇੰਜੋਏ ਕਰਦੇ ਕਰਦੇ ਸੁਬਾਹ ਹੀਰੋਸ਼ੀਮਾ ਇੱਥੇ ਪਹੁੰਚ ਗਏ ਹਾਂ, ਮੈਮੋਰੀਅਲ ਪਾਰਕ ਹੈ ਨਾ। ਦੋਸਤੋ, ਮੈਂ ਤੁਹਾਨੂੰ ਦੱਸਿਆ ਕਿ ਮੈਂ ਟੂਰ ਦਾ ਵੀ ਕੰਮ ਕਰਨਾ ਨਾ, ਲੋਕਾਂ ਨੂੰ ਫਿਰਾਉਣ ਟੁਰਾਉਣ ਦਾ ਵੀ। ਤੇ ਅਗਰ ਤੁਸੀਂ ਜਾਪਾਨ ਆਉਂਦੇ ਹੋ ਤੇ ਤੁਸੀਂ ਟੋਕੀਓ ਆਉਂਦੇ ਹੋ ਜਾਂ ਓਸਾਕਾ ਆਉਂਦੇ ਹੋ, ਜਾਂ ਤੁਸੀਂ ਮੇਰੇ ਨਾਲ ਘੁੰਮਣਾ ਫਿਰਨਾ ਚਾਹੁੰਦੇ ਹੋ, ਇਹਨਾਂ ਜਗ੍ਹਾ ਤੇ ਆਉਣਾ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ, ਮੈਸੇਜ ਵੀ ਕਰ ਸਕਦੇ ਹੋ। ਇੰਸਟਾਗ੍ਰਾਮ ਤੇ ਮੈਸੇਜ ਕਰੋਗੇ ਤੇ ਜਲਦੀ ਮੈਂ ਤੁਹਾਨੂੰ ਰਿਪਲਾਈ ਵੀ ਕਰ ਦਿਆਂਗਾ। ਅਜੇ ਇਹ ਸੁਬਾਹ ਦਾ ਵਕਤ ਹੈ ਤੇ ਰਸ਼ ਜਿਹੜਾ ਨਾ ਲੱਗਣਾ ਸ਼ੁਰੂ ਹੋ ਗਿਆ। ਇਹ ਮਸਤ ਜਗ੍ਹਾ, ਲੋਕ ਇੱਥੇ ਲਾਜ਼ਮੀ ਆਉਂਦੇ ਨੇ। ਜਾਪਾਨੀ ਜਿਹੜੇ ਨੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ, ਉਹਨਾਂ ਨੂੰ ਦੱਸਦੇ ਨੇ ਔਰ ਉਹਨਾਂ ਕੋਲੋਂ ਦੁਆ ਕਰਾਉਂਦੇ ਨੇ, ਉਹਨਾਂ ਨੂੰ ਵੀ ਸਾਰੀ ਚੀਜ਼ਾਂ ਦਾ ਦੱਸਦੇ ਨੇ। ਇਸ ਵਕਤ ਤੁਸੀਂ ਵੇਖ ਰਹੇ ਹੋ ਹੀਰੋਸ਼ੀਮਾ ਪੀਸ ਮੈਮੋਰੀਅਲ ਦਾ ਸਭ ਤੋਂ ਅਹਿਮ ਹਿੱਸਾ। ਇਹ ਜਗ੍ਹਾ ਵੇਖ ਰਹੇ ਹੋ ਤੁਸੀਂ, ਇਸ ਤਰ੍ਹਾਂ ਬਣਾਈ ਗਈ ਹੈ ਕਿ ਇੱਥੋਂ ਸਾਹਮਣੇ ਬਿਲਕੁਲ ਉਹ ਜਿਹੜਾ ਡੋਮ ਹੈ ਜਿੱਥੇ ਐਟਮ ਬੰਬ ਡਿੱਗਾ ਸੀ ਔਰ ਇਹ ਬਿਲਡਿੰਗ ਬਚੀ ਸੀ, ਉਹ ਨਜ਼ਰ ਆ ਰਿਹਾ ਹੈ। ਤੇ ਇਹਦੇ ਬਿਲਕੁਲ ਸੈਂਟਰ 'ਚ ਇਹ ਇੱਕ ਅੱਗ ਬਲ ਰਹੀ ਹੈ, ਠੀਕ ਹੈ। ਇਹ 1964 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਅੱਗ ਬਲ ਰਹੀ ਹੈ। ਇਹਦਾ ਮਕਸਦ, ਇਹਦਾ ਨਾਂ ਹੈ ਫਲੇਮ ਆਫ ਪੀਸ। ਔਰ ਇਹਦਾ ਮਕਸਦ ਇਹ ਹੈ ਕਿ ਜਦੋਂ ਤੱਕ ਦੁਨੀਆ ਦੇ ਉੱਤੇ ਜੋਹਰੀ ਹਥਿਆਰ ਯਾਨੀ ਕਿ ਐਟਮ ਨਕਾਰਾ ਨਹੀਂ ਹੋ ਜਾਂਦੇ, ਜਦੋਂ ਤੱਕ ਉਹਨਾਂ ਦਾ ਇਸਤੇਮਾਲ ਬੰਦ ਨਹੀਂ ਕੀਤਾ ਜਾਂਦਾ, ਇਹ ਅੱਗ ਬਲਦੀ ਰਹੇਗੀ, ਠੀਕ ਹੈ। ਔਰ ਲੋਕ ਇੱਥੇ ਆਉਂਦੇ ਨੇ, ਇੱਥੇ ਫੁੱਲ ਲਾਉਂਦੇ ਨੇ ਔਰ ਆਪਣੇ ਜਿਹੜੇ ਵਿਕਟਮਸ ਨੇ ਉਹਨਾਂ ਵਾਸਤੇ ਦੁਆ ਕਰਦੇ ਨੇ ਖੈਰ ਦੀ, ਔਰ ਖਾਮੋਸ਼ੀ ਦੇ ਨਾਲ ਚਲੇ ਜਾਂਦੇ ਨੇ। ਇਹ ਸਭ ਤੋਂ ਖਾਮੋਸ਼ ਟੂਰਿਸਟ ਪਲੇਸ ਹੈ ਜਾਪਾਨ ਦੀ।
ਜਿੱਥੇ ਲੋਕ ਬਿਲਕੁਲ ਸ਼ੋਰ ਨਹੀਂ ਕਰਦੇ, ਹਾਸੀ ਮਜ਼ਾਕ ਨਹੀਂ ਕਰਦੇ, ਬਿਲਕੁਲ ਸੀਰੀਅਸ ਰਹਿੰਦੇ ਨੇ। ਖਾਸ ਤੌਰ 'ਤੇ ਗੋਰੇ ਬਹੁਤ ਜ਼ਿਆਦਾ ਸੀਰੀਅਸ ਨਜ਼ਰ ਆਉਂਦੇ ਨੇ। ਇਸ ਵਕਤ ਇਸ ਵੀਡੀਓ ਦੇ ਵਿੱਚ ਜਿੰਨਾ ਤੁਹਾਨੂੰ ਮੈਂ ਜਾਪਾਨ ਵਿਖਾਵਾਂਗਾ ਨਾ, ਜਿੰਨਾ ਉਹ ਸਾਰਾ ਦੁਬਾਰਾ ਚੰਦ ਸਾਲ ਪਹਿਲੇ ਨਵਾਂ ਇਹਨਾਂ ਨੇ ਰੀਬਿਲਡ ਕੀਤਾ ਹੈ ਸ਼ਹਿਰ। ਇਹਦੇ ਅੰਦਰ ਦੁਨੀਆ ਦੀ ਹਰ ਸਹੂਲਤ ਦੁਬਾਰਾ ਤੋਂ ਮੌਜੂਦ ਹੈ। ਜਾਪਾਨ ਦੇ ਵਿੱਚ, ਪੂਰੇ ਜਾਪਾਨ ਦੇ ਵਿੱਚ ਜੋ ਇਨਫਰਾਸਟਰਕਚਰ ਹੈ ਦੁਬਾਰਾ ਇਹਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਹੈ। ਪੂਰੇ ਸ਼ਹਿਰ ਦੇ ਵਿੱਚ ਨਾ ਟੈਕਨੋਲੋਜੀ ਸਾਰੀ, ਮਤਲਬ ਹੈ ਕਿ ਸਨਅਤਕਾਰੀ ਲੋਕ, ਰਿਹਾਇਸ਼। ਉਹ ਜਿਹੜੀ ਸਾਹਮਣੇ ਬਿਲਡਿੰਗ ਹੈ ਉਹਦੇ ਅੰਦਰ ਅਸੀਂ ਜਾਵਾਂਗੇ, ਪੀਸ ਮੈਮੋਰੀਅਲ ਪਾਰਕ ਹੈ। ਅੰਦਰ ਜਾ ਕੇ ਅਤੇ ਜੰਗ ਦੇ ਬਾਰੇ 'ਚ ਮਜ਼ੀਦ ਮਾਲੂਮਾਤ ਸਾਰੀ ਉੱਥੇ ਦਿੱਤੀ ਗਈ ਹੈ ਨਾ, ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ। ਚਲੋ ਉਸਮਾਨ ਭਾਈ ਚਲੀਏ ਅੰਦਰ, ਆ ਜਾਓ। ਆਇਓ ਮਾਸ਼ਾਅੱਲਾ, ਵਿਜ਼ਿਟ ਕਰੀਏ ਫਿਰ ਅੰਦਰ ਵਾਲੀ ਜਗ੍ਹਾ ਨਾ, ਤੁਹਾਨੂੰ ਅੰਦਰ ਦਿਖਾਈਏ। ਮੈਂ ਪਹਿਲੇ ਆ ਚੁੱਕਿਆ ਇੱਕ ਦਫਾ। ਅੱਛਾ, ਤੁਸੀਂ ਵੀ ਅੰਦਰ ਮੇਰਾ ਗਏ ਹੋਏ ਹੋ ਪਹਿਲੇ? ਮੈਂ ਅੰਦਰ ਗਿਆ ਸਾਂ, ਲੇਕਿਨ ਕਿ ਉਦੋਂ ਸਸਰਾ ਜਿਹਾ ਗਿਆ ਸਾਂ ਕਿਸੇ ਦੇ ਨਾਲ ਸਾਂ, ਇੰਨਾ ਮੈਂ ਐਕਸਪਲੋਰ ਨਹੀਂ ਸੀ ਕੀਤਾ। ਰੂਹ ਕੰਮ ਜਾਂਦੀ ਹੈ ਬੰਦੇ ਦੀ ਕਿ ਇਹ ਯਾਨੀ ਕਿ ਉਹ ਜਿਹੜਾ ਇੰਨਾ ਪੁਰਾਣਾ ਐਟਮ ਬੰਬ ਸੀ, ਛੋਟਾ ਜਿਹਾ, ਅੱਜ ਉਹ ਛੋਟਾ ਤਾਂ ਨਹੀਂ ਸੀ, ਲੇਕਿਨ ਕਿ ਅੱਜ ਦੇ ਐਟਮ ਦੇ ਮੁਤਾਬਿਕ ਉਹ ਇੱਕ ਛੋਟਾ ਜਿਹਾ ਐਟਮ ਬੰਬ ਸੀ, ਔਰ ਉਹਨੇ ਕਿੰਨੀ ਤਬਾਹੀ ਮਚਾਈ ਸੀ। ਸਿਰਫ ਇਹ ਦਿਖਾਉਣ ਵਾਸਤੇ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ, ਪੂਰੀ ਦੁਨੀਆ ਤੋਂ। ਯਾਨੀ ਕਿ ਜਾਪਾਨ ਦੇ ਬਾਰੇ 'ਚ ਅਗਰ ਜਾਪਾਨ ਤੋਂ ਇਲਾਵਾ ਕਿਸੇ ਨੂੰ ਕੋਈ ਦੂਸਰੀ ਚੀਜ਼ ਦਾ ਪਤਾ ਹੈ ਨਾ, ਉਹ ਹੈ ਹੀ ਹੀਰੋਸ਼ੀਮਾ ਨਾਗਾਸਾਕੀ ਹੈ। ਐਟਮ ਬੰਬ। ਇਹਦੀ ਜਾਣ ਦੀ ਅੰਦਰ ਟਿਕਟ ਹੈ, ਇੱਥੋਂ ਅਸੀਂ ਟਿਕਟ ਲਵਾਂਗੇ। ਲੋ ਦੋਸਤੋ, ਮੈਂ ਅੰਦਰ ਆ ਗਿਆ ਵਾਂ ਮੈਮੋਰੀਅਲ ਪਾਰਕ 'ਤੇ, ਠੀਕ ਹੈ। ਹੀਰੋਸ਼ੀਮਾ ਬਿਫੋਰ ਬੋਮਬਿੰਗ, ਯਾਨੀ ਕਿ ਬੰਬ ਡਿੱਗਣ ਤੋਂ ਪਹਿਲੇ ਹੀਰੋਸ਼ੀਮਾ ਕਿਸ ਤਰ੍ਹਾਂ ਦਾ ਲੱਗਦਾ ਸੀ, ਠੀਕ ਹੈ। ਇਹ ਪੁਰਾਣੀਆਂ ਪਿਕਚਰਸ ਨੇ। ਇਹ ਉਹ ਬਿਲਡਿੰਗ ਹੈ ਜਿਹੜੀ ਕਿ ਬਾਹਰੋਂ ਤੁਹਾਨੂੰ ਦਿਖਾਈ ਨਾ, ਜਿਹੜਾ ਢਾਂਚਾ ਸਟਰਕਚਰ, ਉਹ ਜਿਹੜਾ ਡੋਮ ਹੈ ਉੱਤੇ ਉਹ ਬਚਿਆ ਸੀ। ਇਹ ਸਾਰੀ ਤਬਾਹ ਹੋ ਗਈ ਸੀ। ਇਹ ਵੇਖ ਰਹੇ ਹੋ, ਉਹਦੇ ਨਾਲ ਕਿੰਨੇ ਘਰ ਮੌਜੂਦ ਸਨ, ਪੂਰੀ ਆਬਾਦੀ, ਲੋਕਾਂ ਦੀ ਰਿਹਾਇਸ਼। ਇਹ ਵੇਖੋ ਕਿਸੇ ਨੇ ਕੱਪੜੇ ਆਪਣੇ ਸੁੱਕਣੇ ਪਾਏ ਨੇ, ਕੱਪੜੇ ਟੰਗੇ ਨੇ। ਇਹ ਉਹ ਹੀ ਦਰਿਆ ਹੈ ਜਿਹੜਾ ਕਿ ਮੈਂ ਤੁਹਾਨੂੰ ਵੀਡੀਓ 'ਚ ਵਿਖਾਇਆ ਹਲੇ। ਇਸੇ ਤਰ੍ਹਾਂ ਔਰ ਉਸ ਦੌਰ ਦੇ ਵਿੱਚ ਇਹ ਉਸੇ ਤਰ੍ਹਾਂ ਟਰਾਮ ਚੱਲਦੀ ਸੀ, ਲੋਕ ਸਾਈਕਲਾਂ ਦੇ ਉੱਤੇ। ਔਰ ਉਸ ਦੌਰ ਦੇ ਵਿੱਚ ਇਹ ਬਹੁਤ ਤਰੱਕੀ ਯਾਫਤਾ ਸਨ ਆਲਰੇਡੀ, ਠੀਕ ਹੈ ਨਾ। 1945 ਦੇ ਵਿੱਚ, ਜਦੋਂ ਪਾਕਿਸਤਾਨ ਆਜ਼ਾਦ ਵੀ ਨਹੀਂ ਸੀ ਹੋਇਆ, ਅੰਦਾਜ਼ਾ ਕਰੋ। ਇਹ ਜਾਪਾਨ ਦਾ ਇੱਕ ਬਾਜ਼ਾਰ ਹੁੰਦਾ ਹੈ, ਜਿਹਦੇ ਗਲੀ ਹੁੰਦੀ ਹੈ ਬਾਜ਼ਾਰ ਵਾਲੀ ਨਾ, ਦੋਨੋਂ ਤਰਫ ਲਾਈਟਾਂ ਹੁੰਦੀਆਂ ਨੇ ਔਰ ਰਸ਼ ਹੁੰਦਾ ਹੈ। ਇਹ ਫਿਰ ਇੱਕ ਵਕਤ ਆਇਆ 6 ਅਗਸਤ 1945, ਜਦੋਂ ਐਟਮ ਬੰਬ ਡਿੱਗਾ ਇਸ ਸ਼ਹਿਰ ਦੇ ਉੱਤੇ। ਅਤੇ ਉਸ ਤੋਂ ਬਾਅਦ ਯਾਨੀ ਕਿ ਉਹ ਸਾਰਾ ਨੋਰਮਲ ਸਿਟੀ ਸੀ। ਹੁਣ ਹਾਦਸੇ ਤੋਂ ਬਾਅਦ ਜਿਹੜਾ ਨਾ ਕਿ ਇਹ ਸਾਰਾ ਢਾਂਚਾ ਜਿਹੜਾ ਕਿ ਬਚਿਆ ਪਿੱਛੇ, ਹਰ ਚੀਜ਼ ਤਬਾਹ ਹੋ ਗਈ, ਮਲਬਾ ਹੀ ਮਲਬਾ। ਔਰ ਇਹ ਸਾਰੀ ਜਗ੍ਹਾ ਦੇ ਉੱਤੇ ਐਟਮ ਨਹੀਂ ਡਿੱਗਾ, ਐਟਮ ਹਵਾ 'ਚ ਫਟਿਆ ਅਤੇ ਉਹਦੇ ਤਾਬਕਾਰੀ ਔਰ ਉਹਦੇ ਬਲਾਸਟ ਦੇ ਨਾਲ, ਉਹਦੀ ਧਮਕ ਦੇ ਨਾਲ ਔਰ ਉਹਦੀ ਗਰਮਾਇਸ਼ ਦੇ ਨਾਲ ਇਹ ਸਾਰੀਆਂ ਚੀਜ਼ਾਂ ਤਬਾਹ ਹੋਈਆਂ ਨੇ। ਇਹ ਹੁਣ ਤਬਾਹੀ ਤੋਂ ਬਾਅਦ ਉੱਥੇ ਸਾਰੇ ਮਕਾਨ ਵਗੈਰਾ ਹਰ ਚੀਜ਼ ਟੁੱਟ ਫੁੱਟ ਗਈ ਸੀ। ਇਹ ਉਹੀ ਜਿਹੜੀ ਬਿਲਡਿੰਗ ਹੈ ਦੁਬਾਰਾ ਉਹ ਬਚੀ ਸੀ ਬਸ। ਇੱਥੇ ਹੁਣ ਉਹਨਾਂ ਨੇ ਇੱਕ ਸਕਰੀਨ ਬਣਾਈ ਹੈ। ਸੁਬਾਹ ਦੇ ਵਕਤ ਸਾਰੇ ਲੋਕ ਆਪਣੇ ਕੰਮਾਂ ਕਾਰਾਂ 'ਤੇ ਮਸਰੂਫ ਸਨ, ਠੀਕ ਹੈ। ਇਹ ਸ਼ਹਿਰ ਦਾ ਨਕਸ਼ਾ ਪੂਰਾ, ਸਾਰੇ ਲੋਕ, ਇਹ ਗੱਡੀਆਂ ਚੱਲ ਰਹੀਆਂ ਨੇ, ਕਸ਼ਤੀਆਂ ਵਗੈਰਾ ਚੱਲ ਰਹੀਆਂ ਨੇ ਦਰਿਆ ਦੇ ਵਿੱਚ। 6 ਅਗਸਤ 1945, ਕੋਈ ਕਿਸੇ ਨੂੰ ਪਤਾ ਨਹੀਂ ਸੀ, ਜੰਗ ਤਾਂ ਕਿਧਰੇ ਚੱਲ ਰਹੀ ਸੀ ਨਾ ਬਾਹਰ, ਅਤੇ ਇਹ ਬੰਬ ਸੁੱਟਿਆ ਗਿਆ। ਇਸ ਬੰਬ ਦਾ ਨਾਂ ਰੱਖਿਆ ਸੀ ਲਿਟਲ ਬੋਏ। ਇਹ ਤਬਾਹੀ ਹੋਈ ਸੀ, ਇਸ ਤਰ੍ਹਾਂ ਬੰਬ ਫਟਿਆ ਸੀ। ਉਸ ਤੋਂ ਬਾਅਦ ਸਿਰਫ ਇਹ ਮਲਬਾ ਹੀ ਮਲਬਾ ਬਚਿਆ ਸੀ। ਇਹ ਵੇਖ ਰਹੇ ਹੋ, ਇਹ ਸਾਰੀ ਅੱਗ ਹੀ ਅੱਗ। ਇਸ ਤੋਂ ਬਾਅਦ ਇਹ ਇੱਕ ਨਾ ਮਸ਼ਰੂਮ ਦੀ ਤਰ੍ਹਾਂ ਬਿਲਡਿੰਗਸ ਦਾ ਮਲਬਾ ਕਿੰਨੇ 100 ਮੀਟਰ ਉੱਤੇ ਚਲਾ ਗਿਆ ਸੀ। ਉਸ ਤੋਂ ਬਾਅਦ ਮਲਬੇ ਦੀ ਬਾਰਿਸ਼ ਹੋਈ ਸੀ। ਪੂਰਾ ਇਹਨਾਂ ਨੇ ਸਕਰੀਨ 'ਤੇ ਬਣਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਸ ਤਰ੍ਹਾਂ ਪੂਰਾ ਸ਼ਹਿਰ ਤਬਾਹ ਹੋਇਆ ਸੀ। ਲੱਖਾਂ ਦੇ ਹਿਸਾਬ 'ਤੇ ਲੋਕ ਮਰੇ ਸਨ। ਅਪਰੋਕਸੀਮੇਟਲੀ 140,000 ਪੀਪਲ ਹੈਡ ਡਾਈਡ। ਤਕਰੀਬਨ 1,40,000 ਬੰਦਾ ਡੈਥ ਹੋ ਗਈ ਸੀ ਉਹਦੀ। ਦੋਸਤੋ, ਬੰਬ ਧਮਾਕੇ ਦੇ ਵਿੱਚ ਮਰਨ ਵਾਲੇ ਛੋਟੇ ਛੋਟੇ ਬੱਚੇ, ਉਹਨਾਂ ਦੇ ਬਸਤੇ, ਉਹਨਾਂ ਦੇ ਟਿਫਨ, ਉਹਨਾਂ ਦੇ ਕੱਪੜੇ, ਇਹ ਸਾਰੇ ਇੱਥੇ ਰੱਖੇ ਗਏ ਨੇ। ਅਤੇ ਜਦੋਂ ਐਟਮੀ ਬੰਬ ਦੀ ਤਾਬਕਾਰੀ ਹੋਈ ਸੀ ਨਾ, ਅਤੇ ਇਹ ਕੱਪੜੇ ਲੋਕਾਂ ਦੇ ਜਿਸਮਾਂ ਦੇ ਨਾਲ ਚਿਮਟ ਜਾਂਦੇ ਸਨ। ਇਹ ਬੰਬ ਜਿਹੜਾ ਹੈ ਇਹ ਸਿਰਫ ਫਿਜ਼ਾ ਦੇ ਵਿੱਚ ਫਟਿਆ ਸੀ ਔਰ ਬਹੁਤ ਜ਼ਿਆਦਾ ਟੈਂਪਰੇਚਰ, ਹਜ਼ਾਰਾਂ ਡਿਗਰੀ ਸੈਲਸੀਅਸ ਦੇ ਹਿਸਾਬ 'ਤੇ ਇੱਕ ਬਹੁਤ ਜ਼ਿਆਦਾ ਹੀਟ ਪੈਦਾ ਕੀਤੀ ਸੀ। ਇਹ ਦੀਵਾਰ ਸਾਹਮਣੇ ਵੇਖ ਰਹੇ ਹੋ, ਇਸ ਦੀਵਾਰ
ਦੇ ਉੱਤੇ ਬੰਦੇ ਦਾ ਸਿਰਫ ਸਾਇਆ ਬਚਿਆ ਸੀ, ਯਾਨੀ ਕਿ ਬਾਕੀ ਸਾਰਾ ਬੰਦਾ ਭਾਪ ਬਣ ਕੇ ਗਰਮੀ ਦੇ ਨਾਲ ਉੱਡ ਗਿਆ ਸੀ, ਖ਼ਤਮ ਹੋ ਗਿਆ ਸੀ, ਰਾਖ ਹੋ ਗਿਆ ਸੀ। ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਇੰਨੇ ਜ਼ਿਆਦਾ ਬੰਦੇ ਹੋਣ ਦੇ ਬਾਵਜੂਦ ਕਿਸੇ ਜਗ੍ਹਾ 'ਤੇ ਇੰਨੀ ਜ਼ਿਆਦਾ ਖਾਮੋਸ਼ੀ ਨਹੀਂ ਵੇਖੀ। ਇਸ ਵਜ੍ਹਾ ਤੋਂ ਮੈਂ ਇਸ ਵੀਡੀਓ ਦੇ ਵਿੱਚ ਵੌਇਸ ਓਵਰ ਕਰ ਰਿਹਾ। ਬਲਕਿ ਇੰਤਜ਼ਾਮੀਆ ਜਿਹੜੀ ਹੈ ਉਹ ਤੁਹਾਨੂੰ ਰੈਂਟਲ ਇੱਕ CD ਦਿੰਦੀ ਹੈ, CD ਪਲੇਅਰ ਦਿੰਦੀ ਹੈ, ਉਹਦੇ ਵਿੱਚ ਹੈੱਡਫੋਨ ਲੱਗੇ ਹੁੰਦੇ ਨੇ। ਤੁਸੀਂ ਜਿਹੜੀ ਜਗ੍ਹਾ 'ਤੇ ਜਾਂਦੇ ਹੋ, ਜਿਹੜਾ ਨੰਬਰ ਦਬਾਉਂਦੇ ਹੋ, 9 ਨੰਬਰ 10 ਨੰਬਰ, ਹਰ ਪਿਕਚਰ ਦੇ ਉੱਤੇ ਨੰਬਰ ਲਿਖੇ ਨੇ ਅਤੇ ਉਸ ਪਿਕਚਰ ਦੀ ਤੁਹਾਨੂੰ ਹਿਸਟਰੀ ਹੈੱਡਫੋਨ ਦੇ ਵਿੱਚ ਸੁਣਾਈ ਦਿੰਦੀ ਹੈ। ਇਹ ਇੱਕ ਸਾਈਕਲ ਹੈ ਇੱਕ ਮਾਸੂਮ ਬੱਚੇ ਦੀ। ਪਿੱਛੇ ਕੁਝ ਬੱਚੇ ਨੇ ਜਿਹੜੇ ਕਿ ਬਾਅਦ 'ਚੋਂ ਫੌਤ ਹੋਏ ਸਨ, ਯਾਨੀ ਕਿ ਹਾਦਸੇ ਦੇ ਵਿੱਚ ਨਹੀਂ ਸਨ ਫੌਤ ਹੋਏ, ਬਾਅਦ 'ਚ ਫੌਤ ਹੋਏ ਸਨ। ਇਹ ਲੋਕਾਂ ਦੀਆਂ ਤਸਵੀਰਾਂ, ਕਿਹੜੀ ਤਕਲੀਫ 'ਚੋਂ ਗੁਜ਼ਰੇ, ਹਰ ਚੀਜ਼ ਡਿਟੇਲ ਦੇ ਨਾਲ ਲਿਖੀ ਹੋਈ ਹੈ। ਮੈਂ ਇਹਨੂੰ ਬਲਰ ਕਰ ਰਿਹਾ ਹਾਂ ਇਸ ਲਈ ਕਿਉਂਕਿ ਮੈਂ ਅਕਸਰ YouTube 'ਤੇ ਵੀਡੀਓਜ਼ ਵੇਖੀਆਂ ਨੇ, ਕਿਸੇ ਬੰਦੇ ਨੇ ਵੀ ਕਦੀ ਇਹਨਾਂ ਨੂੰ ਓਪਨਲੀ ਸ਼ੋਅ ਨਹੀਂ ਕੀਤਾ ਔਰ ਮੈਂ ਵੈਸੇ ਵੀ ਇਹਨੂੰ ਸ਼ੋਅ ਨਹੀਂ ਕਰਨਾ ਚਾਹੁੰਦਾ। ਮੈਨੂੰ ਦੂਸਰੀਆਂ ਵੀਡੀਓਜ਼ ਬਲਰ ਵੇਖ ਕੇ ਨਾ ਸੋਚਿਆ ਕਿ ਮੈਂ ਵੀ ਥੋੜ੍ਹਾ ਜਿਹਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਕਿ ਲੋਕ ਕਿਸ ਕਦਰ ਬੰਬ ਦੇ ਵਿੱਚ ਤਾਂ ਮਰੇ ਹੀ ਸਨ, ਲੇਕਿਨ ਉਸ ਤੋਂ ਬਾਅਦ ਬਹੁਤ ਕਿਸਮ ਦੀਆਂ ਬਿਮਾਰੀਆਂ ਔਰ ਤਕਲੀਫਾਂ ਲੈ ਕੇ ਬਹੁਤ ਹੀ ਅਜ਼ੀਅਤਨਾਕ ਮੌਤ ਮਰੇ ਸਨ। ਇਹ ਅਸੀਂ ਹੁਣ ਐਗਜ਼ਿਟ ਲੈ ਰਹੇ ਹਾਂ ਅਤੇ ਐਗਜ਼ਿਟ ਦੇ ਵਿੱਚ ਇਹਨਾਂ ਨੇ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ ਇਹ ਖਿੜਕੀਆਂ ਦੇ ਵਿੱਚੋਂ ਸਾਹਮਣੇ ਬਿਲਕੁਲ ਡੋਮ ਨਜ਼ਰ ਆਉਂਦਾ ਹੈ। ਐਟਮ ਦੀਆਂ ਤਬਾਹੀਆਂ ਵੇਖ ਕੇ ਔਰ ਇਸ ਮਿਊਜ਼ੀਅਮ ਦੇ ਵਿੱਚ ਹਰ ਚੀਜ਼ ਦੇ ਬਾਰੇ ਜਾਣ ਕੇ ਪੀਸ ਦੂਰ ਤੱਕ ਮਹਿਸੂਸ ਨਹੀਂ ਹੁੰਦਾ। ਲੇਕਿਨ ਜਾਪਾਨ ਨੇ ਦੋਸਤੋ ਸੋਚ ਸਮਝ ਕੇ ਇਸ ਜਗ੍ਹਾ ਦਾ ਨਾਂ ਪੀਸ ਮੈਮੋਰੀਅਲ ਪਾਰਕ ਰੱਖਿਆ ਔਰ ਪੂਰੀ ਦੁਨੀਆ ਨੂੰ ਅਮਨ ਦਾ ਪੈਗਾਮ ਦਿੱਤਾ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਐਟਮ ਕਿੰਨਾ ਖਤਰਨਾਕ ਹੈ ਔਰ ਇਹ ਪੂਰੀ ਦੁਨੀਆ ਦੇ ਇਨਸਾਨਾਂ ਵਾਸਤੇ ਕਿੰਨਾ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਲੋ ਜੀ ਦੋਸਤੋ, ਹੁਣ ਸਾਨੂੰ ਲੱਗ ਗਈ ਹੈ ਭੁੱਖ ਅਤੇ ਅਸੀਂ ਇੱਥੋਂ ਦੀ ਸਟਰੀਟ ਹੈ, ਸ਼ਾਪਿੰਗ ਸਟਰੀਟ ਨਾ, ਉੱਥੇ ਅਸੀਂ ਆਏ ਹਾਂ। ਕੋਈ ਵੇਖਦੇ ਹਾਂ ਕੋਈ ਹਲਾਲ ਆਪਸ਼ਨ ਲੱਭਦੀ ਹੈ ਅਤੇ ਅਸੀਂ ਖਾਣਾ ਖਾਂਦੇ ਹਾਂ। ਮੈਂ ਅਤੇ ਉਸਮਾਨ ਅਤੇ ਜ਼ੀਸ਼ਾਨ, ਬਾਕੀ ਬੰਦੇ ਜਿਹੜੇ ਨੇ ਉਹ ਥੱਕ ਗਏ ਨੇ, ਉਹ ਟ੍ਰੇਨਾਂ ਦੇ ਬਹਿ ਘਾਟ ਟੁਰ ਗਏ ਨੇ ਕਿਉਂਕਿ ਇਹ ਸੁੱਤੇ ਹੀ ਨਹੀਂ ਰਾਤ ਨੂੰ। ਅਤੇ ਇਹ ਬਿਲਕੁਲ ਉਹ ਏਰੀਏ ਦੇ ਬਿਲਕੁਲ ਨਾਲ ਹੀ ਪਿੱਛੇ, ਯਾਨੀ ਕਿ ਉੱਥੋਂ ਅਸੀਂ ਆਏ ਹਾਂ ਅਤੇ ਇਹ ਸਟਰੀਟ ਹੈ। ਜਾਪਾਨ ਦੇ ਵਿੱਚ ਨਾ ਸ਼ਾਪਿੰਗਸ ਜਿਹੜੀਆਂ ਨੇ ਨਾ, ਸ਼ਾਪਿੰਗ ਸਟਰੀਟ ਹੁੰਦੀਆਂ ਨੇ, ਸੱਜੇ ਤੇ ਦੁਕਾਨ 'ਤੇ ਖੱਬੇ ਵੀ ਦੁਕਾਨਾਂ ਜਿੱਥੇ ਹੋਣ ਨਾ, ਸੱਜੇ ਖੱਬੇ ਬਾਜ਼ਾਰ ਯਾਨੀ ਕਿ ਕਹਿ ਲਓ, ਅਤੇ ਇਹਨੂੰ ਕਹਿੰਦੇ ਨੇ ਸ਼ੋਤੰਗਾਈ ਜਾਪਾਨੀ ਜ਼ੁਬਾਨ ਦੇ ਵਿੱਚ। ਅਤੇ ਇਹ ਉੱਤੇ ਇਸ ਤਰ੍ਹਾਂ ਨਾ ਛੱਤ ਜਿਹੀ ਬਣਾ ਦਿੱਤੀ ਜਾਂਦੀ ਹੈ ਛਾਂ ਵਾਸਤੇ ਨਾ, ਤਾਂ ਕਿ ਇੱਕ ਬਾਜ਼ਾਰ ਦੀ ਸ਼ਕਲ ਦੇ ਦਿੱਤੀ ਜਾਂਦੀ ਇਹਨੂੰ। ਹੁਣ ਅਸੀਂ ਇੱਥੇ ਕੋਈ ਖਾਣਾ ਲੱਭਦੇ ਹਾਂ, ਕੋਈ ਆਪਸ਼ਨ ਨਾ, ਕੋਈ ਰੈਸਟੋਰੈਂਟ, ਕੋਈ ਹਲਾਲ ਸਾਨੂੰ ਮਿਲ ਜਾਏਗਾ। ਅਤੇ ਇਹਦੇ ਬਿਲਕੁਲ ਦੂਸਰੀ ਤਰਫ ਹੀਰੋਸ਼ੀਮਾ ਦੀਆਂ ਮੇਨ ਸੜਕਾਂ ਨੇ ਜਿੱਥੋਂ ਛੋਟੀ ਟਰਾਮ ਵੀ ਗੁਜ਼ਰੀ, ਬਹੁਤ ਖੂਬਸੂਰਤ। ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਵਿਖਾਉਣਾ ਵਾ, ਬਹੁਤ ਖੂਬਸੂਰਤ ਲੱਗਦੀ ਮੈਨੂੰ ਉਹ ਨਾ। ਉਹ ਭਾਈ ਮੰਦਰ ਦਾ ਇਸ਼ਾਰਾ ਲਿਖਿਆ ਨਹੀਂ ਫਿਰ ਹੈ ਇਸ਼ਾਰਾ ਇੰਝ ਹੀ ਚੱਲੇ ਸੀ ਫਿਰ। ਇਹ ਗੱਡੀਆਂ ਦਾ ਇਸ਼ਾਰਾ ਹੈ, ਸਾਡਾ ਨਹੀਂ। ਸਾਡਾ ਨਹੀਂ ਇਸ਼ਾਰਾ ਹੈ, ਸਾਡਾ ਵੀ ਆਹੀ ਹੈਗਾ ਭਾਈ। ਅੱਛਾ। ਕੀ ਹੋ ਗਿਆ ਜੀ? ਇਸ਼ਾਰਾ ਗਲਤੀ ਦੇ ਨਾਲ ਕੈਮਰੇ ਦੇ ਧਿਆਨ ਲੱਗਿਆ ਸਾਂ ਮੈਂ, ਤੇ ਕ੍ਰਾਸ ਕਰਨ ਲੱਗਾ ਸਾਂ। ਪੈਦਲ ਵਾਲੇ ਬੰਦਿਆਂ ਨੂੰ ਹੀ ਫਾਲੋ ਕਰਨਾ ਪੈਂਦਾ। ਸਾਈਜ਼ੇਰੀਆ ਹੈ ਨਾ? ਆਹੋ ਬਸ ਠੀਕ ਹੈ, ਸਾਈਜ਼ੇਰੀਆ ਡਨ ਕਰੋ। ਲੋ ਜੀ, ਇਹ ਰੈਸਟੋਰੈਂਟ ਮਿਲ ਗਿਆ। ਇੱਥੇ ਅਸੀਂ ਹੁਣ ਆ ਕੇ ਖਾਣਾ ਖਾਂਦੇ ਹਾਂ ਜ਼ਰਾ ਨਾ। ਇੱਥੇ ਤੁਹਾਨੂੰ ਮੈਂ ਜ਼ਰਾ ਮੇਨ ਸੜਕ ਵਿਖਾ ਲਵਾਂ, ਯਾਨੀ ਕਿ ਇਹ ਵੇ ਹੀਰੋਸ਼ੀਮਾ। ਇਹ ਬਿਲਕੁਲ ਥੱਲੇ ਟ੍ਰੇਨ ਸਟੇਸ਼ਨ ਹੈ। ਅਤੇ ਜਿੰਨਾ ਏਰੀਆ ਤੁਸੀਂ ਵੇਖ ਰਹੇ ਹੋ ਨਾ, ਇਹ ਸਾਰਾ ਏਰੀਆ ਇਹ ਉੱਤੇ ਤੇ ਚੱਲ ਹੀ ਰਿਹਾ ਨਾ ਨਿਜ਼ਾਮ ਸਾਰਾ। ਅਤੇ ਇਹ ਜਿੰਨਾ ਥੱਲੇ ਏਰੀਆ ਨਾ, ਟੋਟਲ ਸਭ ਟ੍ਰੇਨ ਸਟੇਸ਼ਨਸ ਨੇ ਅੰਡਰਗਰਾਊਂਡ। ਇਹ ਵੇਖੋ, ਇਹ ਤੁਸੀਂ ਤਾਂ ਡੀਪ ਥੱਲੇ ਜਾ ਕੇ ਅੰਡਰਗਰਾਊਂਡ ਸਭ ਟ੍ਰੇਨ ਸਟੇਸ਼ਨਸ ਬਣੇ ਹੋਏ ਨੇ, ਟ੍ਰੇਨ ਦੀਆਂ ਪਟਰੀਆਂ ਵਗੈਰਾ, ਟ੍ਰੇਨ ਦੇ ਰਸਤੇ, ਸਬਵੇ, ਅੰਡਰਗਰਾਊਂਡ ਟ੍ਰੇਨਸ। ਦੋਸਤੋ ਯਕੀਨ ਨਹੀਂ ਆਉਂਦਾ ਕਿ ਇਹ ਉਹ ਹੀ ਸ਼ਹਿਰ ਹੈ ਜਿਹੜਾ ਮੁਕੰਮਲ ਤਬਾਹ ਹੋ ਚੁੱਕਿਆ ਸੀ। ਜਿਸ ਤਰ੍ਹਾਂ ਟੋਕੀਓ ਦੇ ਵਿੱਚ ਇੱਕ ਕ੍ਰਾਸਿੰਗ ਹੈ ਨਾ ਬੜੀ ਵੱਡੀ, ਸ਼ਿਬੂਇਆ ਕ੍ਰਾਸਿੰਗ, ਉਸੇ ਤਰ੍ਹਾਂ ਹੀ ਉਹਦੇ ਨਾਲ ਰਲਦੀ ਮਿਲਦੀ ਹੈ ਇੱਕ ਕ੍ਰਾਸਿੰਗ ਹੈ ਜਿੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਕ੍ਰਾਸ ਕਰਦੇ ਨੇ। ਮੈਂ ਤੁਹਾਨੂੰ ਵਿਖਾਉਣ ਵਾਸਤੇ ਗਲਤੀ ਨਾਲ ਇਸ ਪਾਸੇ ਆ ਗਿਆ, ਮੈਨੂੰ ਵਾਪਸ ਤੁਰ ਜਾਵਾਂ। ਇਹ ਚੈੱਕ ਕਰੋ ਕਿਆ ਨਿਜ਼ਾਮ, ਜ਼ਬਰਦਸਤ। ਹਲੇ ਇੱਥੋਂ ਟਰਾਮ ਗੁਜ਼ਰੇਗੀ ਅਤੇ ਫਿਰ ਤੁਹਾਨੂੰ ਇੱਕ ਟਰਾਮ ਵਿਖਾਉਣਾ ਵਾ। ਉਹ ਟਰਾਮ ਮੈਨੂੰ ਬਹੁਤ ਖੂਬਸੂਰਤ ਲੱਗਦੀ ਹੈ। ਉਹ ਜਿਹੜਾ ਟੂਰਿਸਟ ਸਪੋਟ ਸੀ ਉੱਥੇ ਸਾਨੂੰ ਬਹੁਤ ਜ਼ਿਆਦਾ ਫੋਰਨਰ ਨਜ਼ਰ ਆਏ ਨੇ। ਜਿਸੇ ਤਰ੍ਹਾਂ ਹੀ ਅਸੀਂ ਥੋੜ੍ਹਾ ਜਿਹਾ ਇੱਧਰ ਪਾਸੇ ਆਏ ਹਾਂ, ਸਾਨੂੰ ਜਾਪਾਨੀ ਨਜ਼ਰ ਆਉਣਾ ਸ਼ੁਰੂ ਹੋ ਗਏ ਨੇ ਜਿਹੜੇ ਕਿ ਆਪਣੇ ਕੰਮਾਂ ਕਾਰਾਂ 'ਤੇ ਜਾ ਰਹੇ ਨੇ, ਜਾਂ ਕੋਈ ਆ ਰਿਹਾ ਹੈ ਜਾਂ ਕੋਈ ਜਾ ਰਿਹਾ ਹੈ। ਹੁਣ ਇਸ ਸੜਕ ਦੇ ਉੱਤੇ ਜ਼ਿਆਦਾਤਰ ਜੈਪਨੀਜ਼ ਨਜ਼ਰ ਆ ਰਹੇ ਨੇ। ਪਹਿਲੇ ਵਾਲੀ ਜਿਹੜੀ ਸੜਕ ਸੀ ਉੱਥੇ ਜ਼ਿਆਦਾਤਰ ਫੋਰਨਰਸ ਨਜ਼ਰ ਆ ਰਹੇ ਸਨ। ਇਹ ਉਸਮਾਨ ਆਪਣਾ ਵਲੌਗ ਬਣਾ ਰਿਹਾ है। कि नॉर्मल ही था, गर्मी थी, लेकिन जब मैं आया था 8 महीने पहले तब के बाद था। सही कह रहे हैं। छोटा सा कैमरा पकड़ा हुआ है, ब्लॉगिंग चल रही है, फुल कंटेंट खोल के आए हुए हैं। ਇਹ ਇੱਕ ਬੱਸ ਸਟਾਪ ਹੈ, ਇੱਥੇ ਬੱਸ ਰੁਕਦੀ ਹੈ। ਔਰ ਇਹ ਵੇਖੋ, ਜਾਪਾਨ ਦੇ ਵਿੱਚ ਬੱਸ ਜਦੋਂ ਰੁਕਦੀ ਹੈ ਨਾ, ਤੇ ਬੱਸ ਵੀ ਇੰਝ ਝੁਕ ਜਾਂਦੀ ਹੈ, ਯਾਨੀ ਕਿ ਇੰਨਾ ਕਸਟਮਰ ਦਾ ਇਹਤਰਾਮ ਹੈ
ਕਿ ਉਹ ਬਸ ਉਹ ਇਸ ਤਰ੍ਹਾਂ ਬੰਦਾ ਖੜੀ ਕਰਦਾ ਹੈ ਕਿ ਬਸ ਝੁਕ ਜਾਏ, ਝੁਕ ਕੇ ਤੇ ਬਿਲਕੁਲ ਇਹ ਵੇਖਣਾ ਹਲੇ ਇੰਝ ਹੋਏਗੀ, ਵਾਪਸ ਆਪਣੀ ਜਾਏਗੀ ਤੇ ਫਿਰ ਉਸ ਤੋਂ ਬਾਅਦ ਟੁਰੇਗੀ। ਜਿਹੜੀ ਇਸ ਤਰ੍ਹਾਂ ਸੜਕ ਦੇ ਉੱਤੇ ਜਾਂ 2 ਡੱਬੇ ਹੁੰਦੇ ਨੇ ਨਾ, ਜਾਂ 3 ਡੱਬੇ ਛੋਟੇ, ਇਹਨੂੰ ਆਖਦੇ ਨੇ ਟਰਾਮ। ਇਹ ਜਾ ਰਹੀ ਜੀ, ਇਹ ਜੇ ਹੀਰੋਸ਼ੀਮਾ, ਅੱਜ ਦਾ ਹੀਰੋਸ਼ੀਮਾ, ਪਿਆਰਾ ਹੀਰੋਸ਼ੀਮਾ। ਵੈਸੇ ਇਹਦੇ ਤੇ ਬਹਿਣਾ ਚਾਹੀਦਾ ਯਾਰ, ਕਿ ਨਹੀਂ? ਅੱਛੀ ਹੈਗੀ ਹੈ। ਵਿਹਲੇ ਹਾਂ ਅਸੀਂ ਨਾ ਹੁਣ ਤਿੰਨੋਂ, ਹਾਂ ਵੇਲੇ ਹੈਗੇ ਝੂਲਾ ਲੈ ਕੇ। ਅਸੀਂ ਤਿੰਨੋਂ ਵਿਹਲੇ ਹਾਂ ਨਾ, ਬਾਕੀ 2 ਬੰਦੇ ਚਲੇ ਗਏ ਨੇ। ਹਾਂਜੀ 3 ਜਣੇ, ਨੋ ਸਮੋਕਿੰਗ ਨਹੀਂ ਕਰਨੀ ਭਾਈ। ਬੰਦੇ ਪੁੱਛਦੇ ਨੇ ਕਿ ਜਾਪਾਨ 'ਚ ਸਿਗਰਟ ਕਿੱਥੇ ਪੀਂਦੇ ਹੋ? ਭਾਈ ਸਿਗਰਟ ਜਿੱਥੇ ਵੀ ਪੀਂਦੇ ਹੋ ਨਾ, ਪਬਲਿਕ ਪਲੇਸ 'ਚ ਸਿਗਰਟ ਨਹੀਂ ਪੀ ਸਕਦੇ। ਨੋ ਸਮੋਕਿੰਗ ਏਰੀਆ ਹੈ, ਠੀਕ ਹੈ। ਉਧਰ ਜਾ ਕੇ ਵੇਖਣਾ ਕਿ ਪਹਿਲੇ ਭੋਜਨ ਕਰ ਲੈਂਦੇ, ਪਹਿਲੇ ਭੋਜਨ ਕਰ ਲਈਏ। ਚਲੋ ਆ ਜਾਓ, ਭੁੱਖ ਲੱਗੀ ਹੈ ਨਾ, ਮੈਨੂੰ ਵੀ ਲੱਗੀ ਹੈ। ਫਿਰ ਉਸ ਤੋਂ ਬਾਅਦ એનર્ਜੀ ਆਈ ਹੈ ਨਾ। ਚਲੋ ਡਨ ਕਰੋ। ਸਾਈਜ਼ੇਰੀਆ। ਓਏ ਬੜਾ ਰਸ਼ ਲੱਗਿਆ ਇੱਥੇ ਭਾਈ, ਇੱਥੇ ਤੇ ਚੌਧਰੀ ਬਹੁਤ ਰਸ਼ ਲੱਗਿਆ ਹੈ। ਲੱਗ ਨਹੀਂ ਰਿਹਾ, ਫੁੱਲ ਰਸ਼। ਨੰਬਰ ਬਾਂਗੁਲ ਕਰਨਾ ਲੋ ਜੀ, ਇੱਥੇ ਤੇ ਬੜਾ ਰਸ਼ ਯਾਰ, ਇੱਥੇ ਤੇ ਵੇਟ ਕਰਨਾ ਪੈਣਾ। ਭੁੱਖ ਲੱਗ ਗਈ ਹੈ, ਕੋਈ ਹੋਰ ਦੁਕਾਨ ਲੱਭੀ, ਲੇਕਿਨ ਮਜ਼ਾ ਇੱਥੇ ਹੀ ਆਉਣਾ ਸੀ ਹਨਾ ਖਾਣ ਦਾ। ਪੀਜ਼ਾ ਆ ਜਾਓ, ਆ ਜਾਓ, ਆ ਜਾਣੀ ਵਾਰੀ ਯਾਰ ਥੋੜੀ ਦੇਰ ਬਾਅਦ ਸਾਡੀ ਵੀ, ਠੀਕ ਹੈ। ਲੋ ਦੋਸਤੋ, ਬਸ ਯਕੀਨ ਕਰ ਲੈਣਾ ਅਸੀਂ ਖਾ ਲਈਏ, ਹੋਸ਼ ਹੀ ਕੋਈ ਨਹੀਂ ਰਹੀ, ਇੰਨੀ ਭੁੱਖ ਲੱਗੀ ਸੀ। ਇੱਕ ਫੋਟੋ ਵੀ ਨਹੀਂ ਕਿਸੇ ਨੇ ਲਈ, ਸਾਰੇ ਟੁੱਟ ਪਏ। पिज़्ज़ा खादा। फ्रेशनेस से चेक कर सकते हैं कि हमने रोटी खा ली है। ਤੇ ਮੇਰਾ ਇਸ ਵੀਡੀਓ ਤੋਂ ਬਾਅਦ ਅਗਰ ਕੋਈ ਬੰਦਾ ਇੱਥੇ ਆਉਂਦਾ ਹੈ ਤੇ ਉਹਨੂੰ ਮੈਂ ਇਹ ਐਜੂਕੇਟ ਕਰਨਾ ਚਾਹੁੰਦਾ ਵਾਂ ਕਿ ਇੱਥੇ ਆ ਕੇ ਤੁਸੀਂ ਹਸੀ ਮਜ਼ਾਕ ਨਾ ਕਰੋ, ਠੀਕ ਹੈ। ਉਸ ਤੋਂ ਬਾਅਦ ਕਿਉਂਕਿ ਇਹ ਜਗ੍ਹਾ ਜਿਹੜੀ ਹੈ ਨਾ, ਇਹ ਸੀਰੀਅਸ ਜਗ੍ਹਾ ਹੈ, ਇੱਕ ਬਹੁਤ ਜ਼ਿਆਦਾ ਇਮੋਸ਼ਨਸ ਜੁੜੇ ਹੋਏ ਨੇ ਇਸ ਜਗ੍ਹਾ ਦੇ ਨਾਲ ਨਾ, ਤੇ ਤੁਸੀਂ ਸੀਰੀਅਸ ਟੌਪਿਕਸ ਦੇ ਉੱਤੇ ਗੱਲ ਕਰ ਸਕਦੇ ਹੋ। ਹਸੀ ਮਜ਼ਾਕ ਨਾ ਕਰੋ, ਇਹਨਾਂ ਦੇ ਦੁੱਖ ਦੇ ਵਿੱਚ ਉਸ ਚੀਜ਼ ਨੂੰ ਮਹਿਸੂਸ ਕਰੋ, ਉਹਨੂੰ ਫੀਲ ਕਰੋ, ਫੀਲ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਚੀਜ਼ ਫੀਲ ਕਰੋ ਕਿ ਜੰਗ ਜਿਹੜੀ ਉਹ ਕਿੰਨੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਔਰ ਇੱਕ ਹੋਰ ਚੀਜ਼ ਹੈ ਕਿ ਇਹ ਬੰਬ ਜਿਹੜਾ ਹੈ, ਇਹ 1945 ਦੇ ਵਿੱਚ ਕਿੰਨੇ ਮਤਲਬ 70 ਸਾਲ ਪਲੱਸ ਪੁਰਾਣਾ ਬੰਬ ਸੀ ਹੈ। ਅਤੇ ਅੱਜ ਦਾ ਜਿਹੜਾ ਬੰਬ ਹੈ ਉਹ ਮੇਰੇ ਖਿਆਲ 'ਚ ਇੱਕ ਸ਼ਹਿਰ ਤਬਾਹ ਹੋਇਆ ਅਤੇ ਉਹ ਅੱਧਾ ਮੁਲਕ, ਪੂਰਾ ਮੁਲਕ ਨਹੀਂ ਤੇ ਅੱਧਾ ਮੁਲਕ ਤਬਾਹ ਕਰ ਸਕਦਾ ਅੱਜ ਦਾ ਐਟਮ ਬੰਬ ਜਿਹੜਾ। ਅਤੇ ਮੇਰੀ ਤਾਂ ਇਹੀ ਦੁਆ ਹੈ ਕਿ ਇਹ ਜਿਹੜਾ ਡਿੱਗਾ, ਇਹ ਦੁਨੀਆ ਦਾ ਆਖਰੀ ਉਹ ਹੀ ਬੰਬ ਹੋਵੇ ਜਿਹੜਾ ਕਿਸੇ ਇਨਸਾਨ ਨੇ ਦੂਸਰੇ ਇਨਸਾਨਾਂ ਵਾਸਤੇ ਇਸਤੇਮਾਲ ਕੀਤਾ ਹੋਏ। ਜੰਗ ਬਹੁਤ ਬੁਰੀ ਚੀਜ਼ ਹੈ। ਮੇਰੀ ਇਹ ਦੁਆ ਹੈ ਇੱਕ ਇਨਸਾਨ ਹੋਣ ਦੇ ਨਾਤੇ ਵੀ ਅਤੇ ਇੱਕ ਮੁਸਲਮਾਨ ਹੋਣ ਦੇ ਨਾਤੇ ਵੀ, ਕਿ ਮੈਂ ਰੱਬ ਕੋਲੋਂ, ਆਪਣੇ ਖੁਦਾ ਕੋਲੋਂ, ਆਪਣੇ ਅੱਲਾ ਕੋਲੋਂ ਅਮਨ ਦੀ ਦਰਖਾਸਤ ਕਰਨਾ। ਦੁਨੀਆ ਦਾ ਕੋਈ ਵੀ ਇਨਸਾਨ ਹੈ, ਉਹ ਅੱਲਾ ਨੂੰ ਮੰਨਦਾ ਹੈ ਨਹੀਂ ਮੰਨਦਾ, ਕਿਸੇ ਵੀ ਰਿਲੀਜਨ ਤੋਂ ਹੈ, ਲੇਕਿਨ ਇਹ ਕਿ ਅਮਨ ਜਿਹੜਾ ਨਾ ਉਹ ਸਭ ਇਨਸਾਨਾਂ ਦਾ ਬੁਨਿਆਦੀ ਹੱਕ ਹੈ। ਬਾਕੀ ਚੀਜ਼ਾਂ ਸਾਰੀਆਂ ਬਾਅਦ 'ਚੋਂ ਨੇ, ਠੀਕ ਹੈ। ਅਗਰ ਇਨਸਾਨ ਨਹੀਂ ਨਾ, ਤੇ ਉਹ ਕੋਈ ਫਾਇਦਾ ਨਹੀਂ ਹੈ ਉਹਦਾ, ਉਹ ਜਾਨਵਰ ਹੈ। ਕੁਝ ਲੋਕ ਸਮਝਣਗੇ ਕਿ ਯਾਰ ਜਾਪਾਨੀਆਂ ਨੇ ਵੀ ਬਹੁਤ ਜ਼ਿਆਦਾ ਬੁਰਾ ਕੀਤਾ ਹੈ ਦੂਸਰੀ ਦੁਨੀਆ ਦੇ ਨਾਲ। ਉਸ ਚੀਜ਼ ਨੂੰ ਹੱਟ ਕੇ ਮੈਂ ਜਾਪਾਨੀਆਂ ਦੇ ਬਾਰੇ ਸਿਰਫ ਇੰਨੀ ਗੱਲ ਕਰਾਂਗਾ ਕਿ ਇਹ ਜਦੋਂ ਬੁਰੇ ਹੋਏ ਨੇ ਤੇ ਇੰਤਹਾ ਦੇ ਬੁਰੇ ਹੋਏ ਨੇ, ਇਹਨਾਂ ਨੇ ਇੰਤਹਾ ਕਰ ਦਿੱਤੀ ਹੈ, ਠੀਕ ਹੈ। ਇੱਕ ਜੁਮਲਾ ਗੋਰੇ ਨੇ ਲਿਖਿਆ ਹੈ ਕਿ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਠੀਕ ਹੈ। ਉਹਦੇ 'ਤੇ ਇਹਨਾਂ ਨੇ ਅਮਲ ਕੀਤਾ ਕਿ ਵਾਰ ਦੇ ਵਿੱਚ ਸਭ ਕੁਝ ਜਾਇਜ਼ ਹੈ, ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ। ਇਹਨਾਂ ਨੇ ਤਬਾਹੀ ਲਾ ਦਿੱਤੀ। ਉਸ ਤੋਂ ਬਾਅਦ ਜਦੋਂ ਇਹਨਾਂ 'ਤੇ ਬੰਬ ਡਿੱਗਾ, ਇਹਨਾਂ ਨੇ ਸ਼ਿਕਸਤ ਤਸਲੀਮ ਕੀਤੀ, ਬਹੁਤ ਜ਼ਿਆਦਾ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਕੁਝ ਸੈਕਿੰਡਸ ਦੇ ਵਿੱਚ, ਅਤੇ ਇਹਨਾਂ ਨੇ ਦੁਬਾਰਾ ਅੱਛਾ ਹੋਣ 'ਤੇ ਵੀ ਟੌਪ ਕੀਤਾ। ਮਤਲਬ ਹੈ ਕਿ ਜਦੋਂ ਇਹ ਬੁਰੇ ਬਣੇ ਤੇ ਤਾਂ ਵੀ ਟੌਪ ਦੇ ਬੁਰੇ ਬਣੇ, ਅਤੇ ਫਿਰ ਜਦੋਂ ਅੱਛੇ ਬਣੇ ਉਦੋਂ ਵੀ ਟੌਪ ਦੇ ਅੱਛੇ ਬਣੇ। ਜਾਪਾਨੀ ਜਿਹੜੇ ਨੇ ਨਾ, ਅੱਜ ਵੇਖ ਲਓ ਪੂਰੀ ਦੁਨੀਆ ਇਹਨਾਂ ਦੀ ਇਮਾਨਦਾਰੀ, ਇਹਨਾਂ ਦੀ ਤਰੱਕੀ, ਇਹਨਾਂ ਦੇ ਅਖਲਾਕਿਆਤ ਦੀ ਮਿਸਾਲਾਂ ਦਿੰਦੀ ਹੈ। ਇਹ ਤਰੱਕੀ ਵੇਖ ਲਓ, ਇਹ ਇਹਨਾਂ ਦੀਆਂ ਚੀਜ਼ਾਂ ਵੇਖ ਲਓ, ਇਹਨਾਂ ਦੀ ਸਫਾਈ ਵੇਖ ਲਓ, ਇਹ ਸਾਰੀਆਂ ਚੀਜ਼ਾਂ ਵੇਖ ਕੇ ਕਮ ਅਜ਼ ਕਮ ਇੱਕ ਚੀਜ਼ ਤਾਂ ਜ਼ਿਹਨ 'ਚ ਆਉਂਦੀ ਹੈ ਕਿ ਇਹ ਬੁਰੇ ਇਨਸਾਨ ਨਹੀਂ ਨੇ। ਤਾਕਤ ਜਿਹੜੀ ਹੈ ਨਾ ਉਹ ਹੀ ਸਭ ਕੁਝ ਨਹੀਂ ਹੁੰਦੀ, ਬਲਕਿ ਅਸਲ ਚੀਜ਼ ਅਮਨ ਹੈ। ਅਮਨ ਵੇਖ ਰਹੇ ਹੋ ਇੱਥੇ ਕਿੰਨਾ ਇਸ ਟਾਈਮ ਇੰਨੇ ਲੋਕਾਂ ਦੇ ਹੋਣ ਦੇ ਬਾਵਜੂਦ ਖਾਮੋਸ਼ੀ ਔਰ ਪੀਸ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਜਾਪਾਨ ਹੀ ਹੈ ਜਿਹਨੇ ਕਿ ਇੰਨੀ ਜਲਦੀ ਰਿਕਵਰੀ ਕੀਤੀ ਹੈ। ਸ਼ਾਇਦ ਦੁਨੀਆ ਦਾ ਕੋਈ ਹੋਰ ਮੁਲਕ ਇੰਨੀ ਜਲਦੀ ਨਾ ਕਰ ਪਾਉਂਦਾ ਉਸ ਦੌਰ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਦੁਨੀਆ ਡਿਵੈਲਪ ਵੀ ਨਹੀਂ ਸੀ। ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਹੈ ਕਮੈਂਟ ਕਰਨਾ, ਕੋਈ ਤੁਹਾਡੀ ਸੋਚ ਦਾ ਇਜ਼ਹਾਰ ਹੈ ਉਹ ਕਰਨਾ। ਤੁਸੀਂ ਇਸ ਬਾਰੇ 'ਚ ਕੀ ਸੋਚਦੇ ਹੋ, ਜੰਗ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ, ਇਹ ਦੱਸਣਾ। ਮੈਂ ਤਾਂ ਅਮਨ ਦਾ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੰਗ ਕਿੰਨੀ ਬੁਰੀ ਚੀਜ਼ ਹੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਮੈਂ ਨਾ ਤਾਂ ਕਿਸੇ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਾ ਕਿਸੇ ਮੁਲਕ ਨੂੰ ਬੁਰਾ ਕਿਹਾ, ਔਰ ਨਾ ਹੀ ਕੋਈ ਨਫ਼ਰਤ ਦਾ ਪੈਗਾਮ ਦਿੱਤਾ ਹੈ ਸਿਵਾਏ ਅਮਨ ਦੇ ਪੈਗਾਮ ਤੋਂ। ਅਤੇ ਇਹ ਇੱਥੇ ਚੈਰੀ ਬਲੋਸਮ ਜਿਹੜਾ ਉਹ ਬਲੂਮ ਕਰਨਾ ਸ਼ੁਰੂ ਹੋ ਗਿਆ। ਅਜੇ ਇਹ ਪੂਰਾ ਬਲੂਮ ਨਹੀਂ ਹੋਇਆ, ਅਜੇ ਤੁਸੀਂ ਵੇਖ ਰਹੇ ਹੋ ਕਿ ਇਹ ਕਾਫੀ ਇੰਨੇ ਖਿਲਣਾ ਹੈ। ਇੰਨਾ ਖਿਲ ਜਾਂਦਾ ਕਿ ਇਹ ਵਿੱਚ ਵਾਲਾ ਗੈਪ ਸਾਰਾ ਖ਼ਤਮ ਹੋ ਜਾਂਦਾ ਔਰ ਇੰਤਹਾਈ ਖੂਬਸੂਰਤ ਹੋ ਜਾਂਦਾ। ਕਾਸ਼ ਕਿ ਮੈਂ 2-3 ਦਿਨ ਬਾਅਦ ਆ ਜਾਂਦਾ
ਇਹ ਸਾਰਾ ਬਲੂਮ ਕਰ ਜਾਂਦਾ। ਇਸ ਸਾਲ ਇਹ ਥੋੜ੍ਹਾ ਲੇਟ ਹੋ ਗਿਆ। ਜਾਪਾਨ ਦੇ ਵਿੱਚ ਸੈਰ ਕਰਨ ਦਾ ਜਾਂ ਘੁੰਮਣ ਫਿਰਨ ਦਾ, ਵਿਜ਼ਿਟਿੰਗ ਦਾ, ਸਾਈਟ ਸੀਇੰਗ ਦਾ ਸਭ ਤੋਂ ਬਿਹਤਰੀਨ ਵਕਤ ਇਹੀ ਹੈ, ਯਾਨੀ ਕਿ ਲੇਟ ਮਾਰਚ ਤੋਂ ਅਪ੍ਰੈਲ ਦੇ ਵਿੱਚ ਪੂਰਾ ਜਾਪਾਨ ਇਸ ਤਰ੍ਹਾਂ ਬਲੂਮ ਕਰ ਰਿਹਾ ਹੁੰਦਾ ਹੈ ਸਕੂਰਾ ਦੇ ਦਰਖਤਾਂ ਦੇ ਨਾਲ। ਸਕੂਰਾ ਇਹਨਾਂ ਦਾ ਦਰਖਤ ਹੈ ਜੈਪਨੀਜ਼ ਜ਼ੁਬਾਨ ਦੇ ਵਿੱਚ, ਜਿਹਨੂੰ ਚੈਰੀ ਬਲੌਸਮ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ। ਮੇਰੇ ਖਿਆਲ ਦੁਨੀਆ ਦੇ ਉਹਨਾਂ ਟੌਪ ਮਮਾਲਿਕ ਦੇ ਵਿੱਚੋਂ ਹੀ ਜਿੱਥੇ ਕਿ ਇੰਨਾ ਜ਼ਿਆਦਾ ਚੈਰੀ ਬਲੌਸਮ ਦਾ ਦਰਖਤ ਲੱਗਾ ਹੋਇਆ ਹੈ। ਲੋ ਦੋਸਤੋ, ਹੀਰੋਸ਼ੀਮਾ ਅਸੀਂ ਕਾਫੀ ਐਕਸਪਲੋਰ ਕੀਤਾ, ਮੈਂ ਤੇ ਉਸਮਾਨ ਨੇ, ਤੇ 4 ਘੰਟੇ ਜਿਹੜਾ ਨਾ ਕਿ ਹਾਈਵੇ ਤੋਂ ਲੱਗਦੇ ਨੇ, ਤੇ 4 ਘੰਟੇ ਹੁਣ ਵਾਪਸੀ ਦੇ ਸਫ਼ਰ ਕਾਫੀ ਲੰਬਾ ਹੈ, ਥੋੜ੍ਹਾ ਥਕਾਵਟ ਹੋ ਗਈ ਹੈ। ਤੇ ਉਸਮਾਨ ਕਹਿ ਰਿਹਾ ਕਿ ਅੱਜ ਤੁਸੀਂ ਨਾ ਸਾਡੇ ਨਾਲ ਠਹਿਰ ਜਾਓ ਉੱਥੇ ਰਸਤੇ ਦੇ ਵਿੱਚ। ਹੀਰੋਸ਼ੀਮਾ ਦਾ ਇੱਕ ਏਰੀਆ ਫੁਕੂਯਾਮਾ। ਹਾਂ ਉਸਮਾਨ, ਕੀ ਕਹਿਣਾ ਹੈ ਫਿਰ? ਠਹਿਰੋ ਸ਼ੇਬ ਭਾਈ ਨੂੰ ਜਾਣ ਹੀ ਨਹੀਂ ਦੇਣਾ ਯਾਰ। ਸ਼ੇਬ ਭਾਈ ਨੂੰ ਅੱਜ ਆਪਣੇ ਕੋਲ ਰੱਖਣਾ ਹੈ। ਰਾਤ ਸਾਡੇ ਕੋਲ रहेंगे, सुबह इंशाल्लाह ताला वापस चले जाएंगे। ਕੀ ਖਿਆਲ ਹੈ ਸ਼ੇਬ ਭਾਈ? ठीक है, वो थके हुए हो, रात भी नहीं नींद पूरी की। सुबह से जल्दी जल्दी निकल जाऊंगा मैं ना। हाँ जी, पहले टाइम निकल जाना ना। ठीक हो गया। कैसा लगा फिर हिरोशिमा तेनू? बहुत अच्छा लगा। ਮਿਲਨੇ ਆ ਇਨਸ਼ਾਅੱਲਾ ਤੁਹਾਨੂੰ ਕਿਸੇ ਹੋਰ ਵਲੌਗ ਦੇ ਵਿੱਚ। ਆਪਣਾ ਖਿਆਲ ਰੱਖਣਾ। ਅੱਲਾਹ ਤਾਲਾ ਤੁਹਾਨੂੰ ਜਿੱਥੇ ਰੱਖੇ ਅਮਨ ਦੇ ਵਿੱਚ ਰੱਖੇ। ਅਮਨ ਦਾ ਪੈਗਾਮ ਹੈ। ਇੱਕ ਜ਼ਿੰਦਗੀ ਹੈ ਅੱਲਾਹ ਤਾਲਾ ਨੇ ਦਿੱਤੀ ਹੈ, ਅਤੇ ਉਹਨੂੰ ਅਮਨ ਨਾਲ ਹੀ ਜੀਣਾ ਚਾਹੀਦਾ ਹੈ।